ਕਰਦੇ ਹਾਂ ਪੰਜਾਬ ਸਰਕਾਰ ਦੇ ਇੱਕ ਵੱਡੇ ਐਕਸ਼ਨ ਦੀ। ਕਰਪਸ਼ਨ ਮਾਮਲੇ ਦੇ ਵਿੱਚ ਅੱਜ ਸਰਕਾਰ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ। ਵਿਜੀਲੈਂਸ ਬਿਊਰੋ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਦੂਸਰਾ ਨਾਮ ਜਿਹੜਾ ਇਸ FIR ਦੇ ਵਿੱਚ ਹੈ ਉਹ ਹੈ ਸੰਗਤ ਸਿੰਘ ਗਿਲਜੀਆਂ ਦਾ। ਸੰਗਤ ਸਿੰਘ ਗਿਲਜੀਆਂ ਵੀ ਸਾਬਕਾ जंगलात मंत्री रह चुके ने। जदों चरणजीत चन्नी ने मुख मंत्री का जिम्मा संभालिया सी उस वेले नवी कैबिनेट बनी सी तां यह जिम्मा साधू सिंह धर्मसोत तो लैके संगत सिंह गिलजियां नूं दे दिता गया सी जंगलात महकमे दा। सो FIR जिहड़ी दर्ज की है विजिलेंस ब्यूरो ने उस दे विच संगत सिंह गिलजियां दा भी नाम है, पर संगत सिंह गिलजियां दी हले तक गिरफ्तारी नहीं हुई है। पुलिस उसनूं विजिलेंस ब्यूरो उसनूं किस लिहाज नाल देखदी है या पुछगिछ दे लई बुलाएगी या गिरफ्तारी होएगी, ये विजिलेंस दी कार्रवाई ते निर्भर करदा है। पर अज एक वड्डी कार्रवाई हुई है जदों साधू सिंह धर्मसोत नूं गिरफ्तार किया गया है। थोड़ी देर दे विच उम्मीद है कोर्ट 'च पेश किया जाना। मनोज राठी साडे सहयोगी विजिलेंस ब्यूरो के ऑफिस तो साडे नाल जुड़ रहे ने। मनोज, जानकारी चाहांगे इस वेले की गतिविधियां चल रही ने विजिलेंस ऑफिस दे विच, किन्ने बजे पेश किया जा सकता है साधू सिंह धर्मसोत नूं? बिल्कुल विजय, हुण जिहड़ी लिखित पढ़त हुंदी है, जिहड़े कोर्ट पेश करन तो पहला जिहड़ी भी फॉर्मैलिटीज़ हुंदी है ਉਹ ਹੁਣ ਕੀਤੀ ਜਾ ਰਹੀ। ਵਿਜੀਲੈਂਸ ਭਵਨ ਹਾਲਾਂਕਿ ਜਿਹੜੇ ਵੱਡੇ ਅਧਿਕਾਰੀ ਸੀਗੇ ਜਿਹੜੀ ਪੁੱਛਗਿੱਛ ਚੱਲ ਰਹੀ ਸੀ ਥੋੜੀ ਦੇਰ ਪਹਿਲਾਂ ਹੀ ਇੱਥੋਂ ਨਿਕਲੇ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਦੇਰ ਤੱਕ ਧਰਮਸੋਤ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਦੋ ਫੜੇ ਗਏ ਨੇ ਕੰਵਲਜੀਤ ਤੇ ਚਮਕੌਰ ਸਿੰਘ, ਉਹਨਾਂ ਨੂੰ ਪਹਿਲਾਂ ਮੈਡੀਕਲ ਵਾਸਤੇ ਲੈ ਕੇ ਜਾਇਆ ਜਾਏਗਾ, ਉਸ ਤੋਂ ਬਾਅਦ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਏਗਾ। ਤੇ ਇਹਦੇ ਵਿੱਚ ਹੁਣ ਜਾਣਕਾਰੀ ਜਿਹੜੀ ਮਿਲ ਰਹੀ ਹੈ ਕਿ 7 ਦਿਨਾਂ ਦਾ ਜਿਹੜਾ ਰਿਮਾਂਡ ਹੈ ਉਹ ਮੰਗਿਆ ਜਾਏਗਾ, ਯਾਨੀ ਕਿ 7 ਦਿਨਾਂ ਦਾ ਜਿਹੜਾ ਰਿਮਾਂਡ ਹੈ, ਕਿਉਂਕਿ ਵਿਜੇ ਇਹਦੇ ਵਿੱਚ ਕਈ ਚੀਜ਼ਾਂ ਹੁਣ ਤੱਕ ਨਿਕਲ ਕਰ ਸਾਹਮਣੇ ਆਈ ਹੈ। ਕਈ ਚੀਜ਼ਾਂ 15 ਕੰਟਰੈਕਟਰਸ ਦਾ ਨਾਂ ਸਾਹਮਣੇ ਆ ਰਿਹਾ ਹੈ, 15 ਜਿਹੜੇ ਠੇਕੇਦਾਰ ਦਾ ਨਾਂ ਸਾਹਮਣੇ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੀ ਇਹ ਗੇਮ ਚੱਲਦੀ ਸੀ, ਕਿਹੜੇ ਇਹਦੇ ਵਿੱਚ ਇਨਵੋਲਵ ਸੀਗੇ। ਹਾਲਾਂਕਿ ਵੱਡੇ ਆਫੀਸਰਸ ਵੀ ਨੇ, ਕਈ ਵੱਡੇ DFO ਨੇ ਜਿਹੜਾ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਵੀ ਕੰਮ ਕਰਦੇ ਸੀਗੇ, ਇਹ ਵੀ ਗੱਲ ਸਾਹਮਣੇ ਆਈ ਹੈ। ਲੇਕਿਨ ਕਈ ਇਸ ਤਰ੍ਹਾਂ ਦੇ ਠੇਕੇਦਾਰ ਸੀਗੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਰਲ ਕੇ ਇਹਨਾਂ ਨੂੰ ਰਿਸ਼ਵਤ ਦਿੱਤੀ ਹੈ ਤੇ ਆਪਣੇ ਕੰਮ ਜਿਹੜੇ ਹੈ ਕਢਾਏ ਹੈ। ਦੂਜੀ ਗੱਲ ਜਿਹੜੀ ਟਰਾਂਸਫਰਾਂ ਦੀ ਹੈ, ਕਿਉਂਕਿ ਇਹ ਦੋ ਮਹਿਕਮੇ ਸਾਂਭੇ ਹੋਏ ਸੀਗੇ। ਪਹਿਲਾ ਮਹਿਕਮਾ ਕਮਲਜੀਤ ਕੋਲ ਸੀਗਾ ਜਿਹੜਾ ਖੰਨਾ ਦਾ ਹੈ, ਉਹਦੇ ਕੋਲ ਜੰਗਲਾਤ ਵਿਭਾਗ ਸੀਗਾ, ਉਹਦੀ ਲੈਣ ਦੇਣ ਜਿਹੜੀ ਵੀ ਰਿਸ਼ਵਤ ਦੇਣੀ ਹੈ ਲੈਣੀ ਹੈ ਠੇਕੇਦਾਰ ਨਾਲ ਗੱਲ ਕਰਨੀ ਹੈ ਉਹ ਕਰਦਾ ਸੀ। ਦੂਜਾ ਚਮਕੌਰ ਸਿੰਘ ਜਿਹੜਾ ਟਰਾਂਸਫਰਾਂ ਦਾ ਖੇਲ ਖੇਡਦਾ ਸੀਗਾ, ਕਿਉਂਕਿ ਕਾਫੀ ਲੰਬੇ ਸਮੇਂ ਤੱਕ ਧਰਮਸੋਤ ਜਿਹੜੇ ਹੈ ਉਹ ਮੰਤਰੀ ਰਹੇ ਨੇ, ਕਾਫੀ ਪਾਵਰ 'ਚ ਰਹੇ ਨੇ, ਇਸ ਕਰਕੇ ਜਿਹੜਾ OSD ਹੈ ਚਮਕੌਰ ਸਿੰਘ ਉਹ ਵੱਡੀ ਟਰਾਂਸਫਰਾਂ ਕਰਦਾ ਸੀਗਾ। ਵੱਡੇ 20 ਲੱਖ 25 ਲੱਖ 30 ਲੱਖ 35 ਲੱਖ 40 ਲੱਖ 50 ਲੱਖ ਤੱਕ ਵੀ ਜਿਹੜੀ ਹੈਗੀ ਦੱਸੀ ਜਾ ਰਹੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ, ਕਿਉਂਕਿ ਕੱਲ ਰਾਤ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਤੱਕ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕਈ ਵੱਡੇ ਨਾਂ ਜਿਹੜੇ ਹੈ ਉਹ ਇਹਦੇ ਵਿੱਚ ਸ਼ਾਮਿਲ ਹੋ ਸਕਦੇ ਹੈ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕਈ ਹੋਰ ਵੀ ਵੱਡੇ ਨਾਂ, ਜਿੱਦਾਂ ਤੁਸੀਂ ਗਿਲਜੀਆਂ ਦਾ ਨਾਂ ਲਿਆ ਕਿ ਹੁਣ ਉਹਨਾਂ ਨੂੰ ਗ੍ਰਿਫਤਾਰੀ ਹੋਏਗੀ ਜਾਂ ਫਿਰ ਪੁੱਛਗਿੱਛ ਵਾਸਤੇ ਬੁਲਾਇਆ ਜਾਏਗਾ, ਇਹ ਸਾਰਾ ਹੁਣ ਥੋੜੀ ਦੇਰ ਤੱਕ ਕਲੀਅਰ ਹੋਏਗਾ। ਲੇਕਿਨ ਕਹਿ ਸਕਦੇ ਹਾਂ ਕਿ ਹੁਣ ਮੈਡੀਕਲ ਕਰਾਉਣ ਤੋਂ ਬਾਅਦ ਫਿਰ ਪੇਸ਼ ਕੀਤਾ ਜਾਏਗਾ, ਮੋਹਾਲੀ ਕੋਰਟ 'ਚ ਪੇਸ਼ ਕੀਤਾ ਜਾਏਗਾ ਧਰਮਸੋਤ ਤੇ ਉਹਨਾਂ ਦੇ ਜਿਹੜੇ ਦੋ ਸਾਥੀ ਹੈ, ਤੇ ਉਸ ਤੋਂ ਬਾਅਦ ਉਹਨਾਂ ਨੂੰ 7 ਦਿਨਾਂ ਦਾ ਰਿਮਾਂਡ ਲੈ ਕੇ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਇਹ ਦੇਖਣਾ ਹੋਵੇਗਾ। ਲੇਕਿਨ 7 ਦਿਨਾਂ ਦਾ ਰਿਮਾਂਡ ਇਹਨਾਂ ਵੱਲੋਂ ਮੰਗਿਆ ਜਾਏਗਾ ਕੋਰਟ ਤੋਂ। ਤੇ ਹੁਣ ਰਿਮਾਂਡ ਦੌਰਾਨ ਕਈ ਚੀਜ਼ਾਂ ਜਿਹੜੀਆਂ ਨਿਕਲ ਕਰ ਸਾਹਮਣੇ ਆ ਰਹੀ ਹੈ। ਇੱਕ ਡਾਇਰੀ ਦਾ ਜ਼ਿਕਰ ਬਾਰ-ਬਾਰ ਹੋ ਰਿਹਾ ਹੈ। ਇੱਕ ਡਾਇਰੀ ਜਿਹੜੀ ਹੈ ਇਹਨਾਂ ਕੋਲੋਂ ਜਿਹੜੀ ਰਿਕਵਰ ਹੋਈ ਹੈ ਉਹਦੇ ਵਿੱਚ ਕਈ ਠੇਕੇਦਾਰਾਂ ਦੇ ਨੰਬਰ, ਕਈ ਜਿਹੜਾ ਹਿਸਾਬ ਕਿਤਾਬ ਉਹ ਲਿਖਿਆ ਹੋਇਆ, ਜਿਹਦਾ ਹੁਣ ਲੇਖਾ ਜੋਖਾ ਸਾਰਾ ਇੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ XYZ ਠੇਕੇਦਾਰ ਦਾ ਜਿਹੜਾ ਨਾਂ ਹੈ ਇਹਦੇ ਨਾਲ ਤੁਹਾਡਾ ਕੀ ਸੰਪਰਕ ਹੈ, ਇਹਦੇ ਨਾਲ ਤੁਹਾਡਾ ਕਿੰਨਾ ਲੈਣ ਦੇਣ ਸੀਗਾ, ਦੂਜਾ XYZ ਜਿਹੜਾ ਠੇਕੇਦਾਰ ਹੈ ਉਹਦੇ ਨਾਲ ਕਿੰਨਾ ਹੈ, ਕਿਉਂਕਿ ਇਹ ਲੱਖਾਂ ਦਾ ਹਿਸਾਬ ਕਿਤਾਬ ਨਹੀਂ ਹੈ। ਇਹ ਵੀ ਗੱਲ ਹੁਣ ਸਾਹਮਣੇ ਆਈ ਹੈ ਵਿਜੇ ਕਿ ਕਰੋੜਾਂ ਦਾ ਹਿਸਾਬ ਕਿਤਾਬ ਹੈ, ਲੱਖਾਂ ਦਾ ਨਹੀਂ ਕਰੋੜਾਂ ਦਾ ਹਿਸਾਬ ਕਿਤਾਬ ਹੈ। ਹੁਣ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਕਿ ਜਿੰਨੇ ਵੀ ਠੇਕੇਦਾਰ ਨੇ ਕਰੀਬਨ ਦੱਸੇ ਜਾ ਰਹੇ ਨੇ ਕਿ 15 ਠੇਕੇਦਾਰ ਨੇ ਤੇ ਕਰੋੜਾਂ ਦਾ ਹਿਸਾਬ ਜਿਹੜਾ ਹੈ ਉਹਨਾਂ ਦੇ ਨਾਲ ਚੱਲ ਰਿਹਾ ਸੀਗਾ। ਤੇ ਹੁਣ ਕਿੰਨੇ ਦਿਨਾਂ ਤੋਂ ਹਿਸਾਬ ਕਿਤਾਬ ਚੱਲ ਰਿਹਾ ਸੀ, ਕਿੰਨੇ ਦਿਨਾਂ ਤੋਂ ਰਿਸ਼ਵਤ ਦਾ ਖੇਲ ਚੱਲ ਰਿਹਾ ਸੀ, ਕਿੰਨੇ ਦਿਨਾਂ ਤੋਂ ਕਮਿਸ਼ਨ ਦਾ ਖੇਲ ਚੱਲ ਰਿਹਾ ਸੀਗਾ, ਕਿਹੜੇ ਵਿੱਚ ਇਨਵੋਲਵ ਮੀਡੀਏਟਰ ਸੀਗੇ, ਕਮਲਜੀਤ ਦੇ ਨਾਲ ਹੋਰ ਜਿਹੜੇ ਚਮਕੌਰ ਦੇ ਨਾਲ ਹੋਰ ਵੀ ਲੋਕਾਂ ਦੇ ਇਹਦੇ ਵਿੱਚ ਨਾਂ ਸਾਹਮਣੇ ਆ ਰਹੇ ਨੇ। ਤੇ ਹੁਣ ਸਾਰਿਆਂ ਦਾ ਇੱਕ ਖੁਲਾਸਾ ਜਿਹੜਾ ਹੈ ਉਹ ਜਲਦ ਵਿਜੀਲੈਂਸ ਵੱਲੋਂ ਕੀਤਾ ਜਾਏਗਾ, ਕਿਉਂਕਿ ਵਿਜੀਲੈਂਸ ਅਧਿਕਾਰੀ ਖੁਦ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹ ਛੋਟਾ ਮੋਟਾ ਸਕੈਮ ਨਹੀਂ ਹੈ, ਇਹ ਬਹੁਤ ਵੱਡਾ ਸਕੈਮ ਹੈ। ਜੰਗਲਾਤ ਵਿਭਾਗ ਦਾ ਇੱਕ ਬਹੁਤ ਵੱਡਾ ਸਕੈਮ ਹੈ। ਪਲਾਂਟੇਸ਼ਨ ਨੂੰ ਲੈ ਕੇ ਜਿਹੜੀ ਹੈਗੀ ਪਰ ਜਿਹੜਾ ਟਰੀ ਹੈ ਉਹਦੇ ਹਿਸਾਬ ਨਾਲ ਕਿੰਨੇ ਪੈਸੇ ਜਾਂਦੇ ਸੀਗੇ, ਮੰਤਰੀ ਨੂੰ, ਰੇਂਜ ਆਫੀਸਰ ਨੂੰ ਅਲੱਗ, DFO ਨੂੰ ਅਲੱਗ, ਰੇਂਜ ਗਾਰਡ ਨੂੰ ਅਲੱਗ, ਬਲਾਕ ਆਫੀਸਰ ਨੂੰ ਅਲੱਗ, ਇਹ ਅਲੱਗ-ਅਲੱਗ ਇਹਨਾਂ ਨੇ ਇਹ ਡਿਵਾਈਡ ਕੀਤਾ ਹੋਇਆ ਸੀਗਾ ਕਿ ਮੰਤਰੀ ਨੂੰ ਕਿੰਨੇ ਜਾਣੇ ਹੈ,
ਰੇਂਜ ਆਫੀਸਰ ਨੂੰ ਕਿੰਨੇ ਜਾਣੇ ਜੀ। ਹੈ, ਬਲਾਕ ਪਰ ਟਰੀ ਦਾ ਹਿਸਾਬ ਕਿਤਾਬ ਜਿਹੜਾ ਹੈ ਉਹ ਦਿੰਦੇ ਸੀਗੇ। ਕਿਸ ਤਰ੍ਹਾਂ ਦਾ ਇਹ ਸਾਰਾ ਖੇਡ ਜਿਹੜਾ ਹੈ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈ ਚੱਲ ਰਿਹਾ ਸੀਗਾ ਤੇ ਹੁਣ ਇਹ ਪੂਰਾ ਇਨਵੈਸਟੀਗੇਸ਼ਨ ਦਾ ਦੌਰ ਹੈ। ਇਹਦੇ ਵਿੱਚ ਕਈ ਹੋਰ ਗ੍ਰਿਫਤਾਰੀਆਂ ਇਸ ਪੂਰੇ ਮਾਮਲੇ 'ਚ ਜਲਦੀ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਵਿਜੇ, ਠੀਕ ਹੈ, ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ। ਤਾਂ ਜਲਦੀ ਕੁਝ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਕਿਉਂਕਿ ਇਹ ਜਿਹੜਾ ਪੂਰਾ ਕੇਸ ਹੈ ਇਹ ਬੇਸਡ ਹੈ ਉਸ ਇਨਵੈਸਟੀਗੇਸ਼ਨ ਦੇ ਉੱਪਰ ਜਿਹੜੀ ਹੁਣ ਅਗਲੇ ਦਿਨਾਂ ਦੇ ਵਿੱਚ ਵਿਜੀਲੈਂਸ ਵੱਲੋਂ ਅੱਗੇ ਵਧਾਈ ਜਾਣੀ ਹੈ। ਸੋ ਅਗਲੇ ਦਿਨਾਂ ਦੇ ਵਿੱਚ ਕਿਹੜੇ ਜਿਹੜੇ ਠੇਕੇਦਾਰ ਨੇ, ਕਿਉਂਕਿ ਇਹ ਜਿਹੜੀ ਇੱਕ ਲੜੀ ਚੱਲਦੀ ਹੈ ਰਿਸ਼ਵਤ ਦਾ, ਇਹ ਪੂਰਾ ਤਾਣਾ ਬਾਣਾ ਜਿਹੜਾ ਚੱਲਦਾ ਹੈ ਇਹ ਠੇਕੇਦਾਰਾਂ ਦੇ ਜ਼ਰੀਏ ਚੱਲਦਾ ਹੈ। ਠੇਕੇਦਾਰ ਜੰਗਲਾਤ ਮਹਿਕਮੇ ਦੇ ਠੇਕੇ ਲੈਂਦੇ ਨੇ ਵੱਡੇ ਪੱਧਰ ਤੇ, ਉਹਨਾਂ ਦੇ ਵਿੱਚ ਕੀ ਕਮਿਸ਼ਨ ਸੈੱਟ ਹੁੰਦਾ ਹੈ, ਕਿੰਨੀ ਰਿਸ਼ਵਤ ਕਿਹਨੂੰ ਜਾਂਦੀ ਹੈ, ਇਹ ਇੱਕ ਬੜਾ ਵੱਡਾ ਗੋਰਖ ਧੰਦਾ, ਬੜਾ ਵੱਡਾ ਖੇਲ ਹੈ। ਔਰ ਵਿਜੀਲੈਂਸ ਹੁਣ ਇਸ ਨੂੰ ਕਿਸ ਤਰੀਕੇ ਨਾਲ ਕਰੈਕ ਕਰੇਗੀ, ਇਹ ਵਿਜੀਲੈਂਸ ਦੇ ਸਾਹਮਣੇ ਵੀ ਚੁਣੌਤੀ ਰਹਿਣ ਵਾਲੀ ਹੈ ਕਿਉਂਕਿ ਵਿਜੀਲੈਂਸ ਜਦੋਂ ਵੀ ਕੋਈ ਕੇਸ ਦਰਜ ਕਰਦੀ ਹੈ ਤਾਂ ਬਾਅਦ ਦੇ ਵਿੱਚ ਉਸ ਦੀ ਜਾਂਚ ਦੇ ਵਿੱਚ ਜਿਹੜੀਆਂ ਹੋਰ ਏਜੰਸੀਆਂ ਨੇ, ਕਿਉਂਕਿ ਪੈਸਾ ਇਨਵੋਲਵ ਹੁੰਦਾ ਹੈ, ਕਰੋੜਾਂ ਰੁਪਇਆ ਇਨਵੋਲਵ ਹੁੰਦਾ ਹੈ ਵੱਡੇ ਪੱਧਰ ਤੇ, ਇਸ ਕਰਕੇ ਈਡੀ ਵਰਗੀਆਂ ਏਜੰਸੀਆਂ ਵੀ ਜਾਂ ਇਨਕਮ ਟੈਕਸ ਵੀ ਇਸ ਦੇ ਵਿੱਚ ਇਨਵੋਲਵ ਹੋ ਜਾਂਦੀ ਹੈ ਤੇ ਫਿਰ ਖਗਾਲਿਆ ਜਾਂਦਾ ਹੈ ਕਿ ਜਿਸ ਵਿਅਕਤੀ ਤੇ ਰਿਸ਼ਵਤ ਦੇ ਇਲਜ਼ਾਮ ਲੱਗੇ ਨੇ ਉਸ ਵਿਅਕਤੀ ਨੇ ਉਸ ਰਿਸ਼ਵਤ ਦੇ ਪੈਸੇ ਨਾਲ ਕਿੰਨੀ ਜਾਇਦਾਦ ਬਣਾਈ ਹੈ। ਬਾਅਦ ਦੇ ਵਿੱਚ ਇਹ ਜਿਹੜਾ ਕੇਸ ਹੈ ਇਹ ਡਿਸਪ੍ਰੋਪੋਰਸ਼ਨੇਟ ਐਸੈਟ ਯਾਨੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦਾ ਵੀ ਬਣ ਜਾਂਦਾ ਹੈ ਔਰ ਫਿਰ ਕਈ ਏਜੰਸੀਆਂ ਇਸ ਦੇ ਵਿੱਚ ਇਨਵੋਲਵ ਹੋ ਜਾਂਦੀਆਂ ਨੇ। ਪਹਿਲਾਂ ਅਸੀਂ ਕੇਸ ਰਜਿਸਟਰ ਕੀਤਾ ਸੀ ਐਂਟੀ ਕਰਪਸ਼ਨ ਹੈਲਪਲਾਈਨ ਤੇ, ਜਿਹੜਾ ਇੱਕ ਠੇਕੇਦਾਰ ਸੀ ਖੈਰ ਦੇ ਦਰਖਤਾਂ ਦਾ ਤੇ ਇੱਕ ਡੀਐਫਓ। ਤੇ ਉਦੋਂ ਫਿਰ ਇਨਵੈਸਟੀਗੇਸ਼ਨ ਤੋਂ ਅੱਗੇ ਫਿਰ ਗੱਲ ਆਈ ਕਿ ਜਿਹੜਾ ਉਹਨਾਂ ਨੇ ਦੱਸਿਆ ਕਿ ਬੜਾ ਆਰਗੇਨਾਈਜ਼ ਤਰੀਕੇ ਨਾਲ ਇੱਥੇ ਫੋਰੈਸਟ ਜਿਹੜਾ ਮਹਿਕਮਾ ਤੇ ਕੁਝ ਜਿਹੜੇ ਪੁਰਾਣੇ ਰਹੇ ਹੈ ਮੰਤਰੀ ਉਹ ਕਰਪਸ਼ਨ ਕਰਦੇ ਸੀ ਤੇ ਪੈਸੇ ਲੈਂਦੇ ਸੀ। ਜਿਸ ਤਰ੍ਹਾਂ ਖੈਰ ਦਾ ਇੱਕ ਵ੍ਰਿਕਸ਼ ਹੁੰਦਾ, ਉਹਦੀ ਕਟਾਈ ਦੇ ਲਈ ਜੋ ਉਹਨਾਂ ਨੇ ਦੱਸਿਆ ਕਿ 500 ਰੁਪਇਆ ਪਰ ਜਿਹੜਾ ਵ੍ਰਿਕਸ਼ ਹੈ ਉਹ ਕਮਿਸ਼ਨ ਜਾਂਦੀ ਸੀ। ਇਸ ਤਰ੍ਹਾਂ ਉਹਨਾਂ ਨੇ ਕਿਹਾ ਕੋਈ ਕਰੋੜ ਸਵਾ ਕਰੋੜ ਕਮਿਸ਼ਨ ਜਿਹੜੀ ਹੈ ਓਵਰ ਦਾ ਟਾਈਮ 25 ਪਰਮਿਟ ਉਹਨਾਂ ਨੂੰ ਜਿਹੜੇ ਮਿਲੇ ਆ ਉਹ ਗਈ ਹੈ ਉੱਤੇ ਤੱਕ। ਦੂਜਾ ਉਹਨਾਂ ਨੇ ਹੋਰ ਵੀ ਬੜੇ ਰਿਵੀਲਿੰਗ ਫੈਕਟਸ ਦੱਸੇ ਕਿ ਕਿਸ ਤਰ੍ਹਾਂ ਜਿਹੜੀਆਂ ਬਦਲੀਆਂ, ਟਰਾਂਸਫਰਸ, ਪੋਸਟਿੰਗਸ ਜਿਹੜੀ ਮਹਿਕਮੇ ਦੀ ਹੈ ਉਹਦੇ 'ਚ ਵੀ ਇਹ ਪੈਸੇ ਲੈਂਦੇ ਸੀ ਤੇ ਹੋਰ ਵੀ ਕੋਈ ਵੀ ਪਰਚੇਜ਼ ਕਰਨੀ ਹੈ, ਜਿਸ ਤਰ੍ਹਾਂ ਟਰੀ ਗਾਰਡ ਹੈ, ਫੈਂਸਿੰਗ ਹੈ, ਕੋਈ NOCs ਲੈਣੀਆਂ ਹੈ, ਇਹ ਸਾਰੇ ਮਤਲਬ ਕਿ ਹਰ ਚੀਜ਼ ਦਾ ਉਹ ਪੈਸਾ ਲੈਂਦੇ ਸੀ ਤੇ ਪਲੱਸ ਕੁਝ ਉਹਨਾਂ ਨੇ ਆਪਣੇ ਬੰਦੇ ਰੱਖੇ ਹੋਏ ਸੀ ਖਾਸ ਜਿਹੜੇ ਡਾਇਰੈਕਟ ਉਹਨਾਂ ਕੋਲ ਪੈਸੇ ਜਾਂਦੇ ਸੀ। ਸੋ ਉਸ ਬੇਸ ਤੇ ਫਿਰ ਅਸੀਂ ਜਿਹੜੀ ਹੈ ਕੇਸ ਰਜਿਸਟਰ ਕਰਕੇ ਕੱਲ ਜਿਹੜੀ ਹੈ ਗ੍ਰਿਫਤਾਰੀ ਕੀਤੀ ਹੈ ਰਾਤ ਨੂੰ ਅਸੀਂ ਵਿੱਚ। ਸਾਧੂ ਸਿੰਘ ਧਰਮਸੋਤ ਦੇ ਨਾਲ ਹੋਰ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਂ, ਉਹ ਇੱਕ ਕਮਲਜੀਤ ਸਿੰਘ ਹੈ, ਕੋਈ ਇੱਕ ਚਮਕੌਰ ਸਿੰਘ ਹੈ, ਸਾਬਕਾ ਮਹਿਕਮੇ ਦਾ ਹੀ ਹੈ ਫੋਰੈਸਟ ਦਾ। ਸੋ ਜੋ ਗੱਲਬਾਤ ਆਈ ਸੀ ਕਿ ਇਹਨਾਂ ਦੇ ਥਰੂ ਪੈਸੇ ਜੋ ਜਾਂਦੇ ਸੀ ਉਹਨਾਂ ਨੂੰ ਫਿਰ ਨਾਲ ਹੀ ਗ੍ਰਿਫਤਾਰ ਕੀਤਾ। ਕਿਹਾ ਜਾ ਰਿਹਾ ਕਿ 25,000 ਦਰਖਤ ਜਿਹੜੇ ਉਹ ਕੱਟ ਦਿੱਤੇ ਸੀ, 500 ਰੁਪਏ ਇੱਕ ਦਰਖਤ ਤੇ ਲੈ ਰਹੇ ਸੀ। ਦੇਖੋ ਲੈਂਦੇ ਤੇ ਇਹ ਜੈਨੂਇਨ ਪਰਮਿਟ ਇਸ਼ੂ ਜਿਹੜਾ ਕਰਦਾ ਸੀ ਫੋਰੈਸਟ ਡਿਪਾਰਟਮੈਂਟ ਉਹ ਲੈਂਦੇ ਸੀ, ਬਟ ਜਿਹੜਾ ਪਰਮਿਟ ਦਾ ਵੀ ਸੀ ਉਹਦੇ ਚੋਂ ਵੀ ਉਹਨਾਂ ਨੇ ਇੱਕ ਪਰ ਟਰੀ ਦਾ ਇੱਕ ਹਿੱਸਾ ਜਿਹੜਾ ਜਾਂਦਾ ਸੀ, ਕੁਝ ਆਫੀਸ਼ੀਅਲਸ ਨੂੰ ਜਾਂਦਾ ਸੀ, ਕੁਝ ਜਿਹੜਾ ਉੱਪਰ ਜਾਂਦਾ ਸੀ। ਹੁਣ ਰਿਮਾਂਡ ਤੇ ਭੇਜਿਆ ਜਾ ਰਿਹਾ। ਅੱਜ ਇਹਨਾਂ ਨੂੰ ਪੇਸ਼ ਕਰਕੇ ਫਿਰ ਰਿਮਾਂਡ ਲਵਾਂਗੇ ਇਹਨਾਂ ਦਾ। ਫਿਰ ਸਾਰਾ ਜਿਹੜਾ ਵੀ ਹੈ ਟੋਟਲ ਸਕੈਮ ਹੋਇਆ ਵਾ ਇੰਨੇ ਸਾਲਾਂ 'ਚ ਉਹਦਾ ਬਾਹਰ ਅਸੀਂ ਤੱਥ ਕੱਢਾਂਗੇ। ਇੱਕ ਡਾਇਰੀ ਦੀ ਮਿਲੀ ਹੈ ਜਿਹੜੀ ਠੇਕੇਦਾਰ ਨੇ ਜਿਹੜੀ ਤੇ ਉਹ 'ਚ ਕਾਫੀ ਫੈਕਟਸ ਲਿਖੇ ਹੋ ਕਿ ਕਿਹਨੂੰ ਕਿਸ ਤਰ੍ਹਾਂ ਪੈਸਾ ਜਾਂਦਾ ਸੀ। ਕੀ ਕਹਿਣਾ ਚਾਹੁੰਦੇ? ਸਭ ਕੁਝ ਝੂਠ ਆ। ਹਾਂਜੀ, ਸਭ ਕੁਝ ਝੂਠ ਆ। ਨਹੀਂ ਜੀ, ਤੁਹਾਨੂੰ ਵੀ ਨਹੀਂ ਅੰਦਰ ਵੜਨ ਦਿੱਤਾ ਜਾ ਰਿਹਾ। ਨਹੀਂ, ਕੋਈ ਗੱਲ ਨਹੀਂ, ਆਪਣੀ ਜਾਂਚ ਕਰਨ ਦਿਓ। ਹਾਂਜੀ ਹਾਂਜੀ, ਕੋਈ ਗੱਲ ਨਹੀਂ। ਸਾਨੂੰ ਦਾਨੇ ਕੌਣ ਕਰਾ ਰਿਹਾ ਕੰਮ ਇਹ? ਸਾਨੂੰ ਕੁਝ ਨਹੀਂ ਪਤਾ। ਹਾਂਜੀ। ਉਹਦਾ ਭਗਵੰਤ ਮਾਨ ਆ ਨਾ, ਹਾਂਜੀ ਉਹ ਬਸ ਉਹਨੂੰ ਦੱਬਣ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਸਿੱਧੂ ਮੂਸੇਵਾਲਾ ਮਾਰਿਆ ਗਿਆ ਨਾ, ਹਾਂਜੀ। ਉਹਨੂੰ ਦੱਬਣ ਦੀ ਕੋਸ਼ਿਸ਼ ਕਰ ਰਿਹਾ। ਕੀ ਕਹਿਣਾ ਚਾਹੁੰਦੇ? ਸਭ ਕੁਝ ਝੂਠ ਆ। ਜੀ, ਸਭ ਕੁਝ ਝੂਠ ਆ। ਨਹੀਂ ਜੀ, ਤੁਹਾਨੂੰ ਵੀ ਨਹੀਂ ਅੰਦਰ ਵੜਨ ਦਿੱਤਾ ਜਾ ਰਿਹਾ। ਨਹੀਂ, ਕੋਈ ਗੱਲ ਨਹੀਂ, ਆਪਣੀ ਜਾਂਚ ਕਰਨ ਦਿਓ। ਹਾਂਜੀ ਹਾਂਜੀ, ਕੋਈ ਗੱਲ ਨਹੀਂ। ਸਾਨੂੰ ਦਾਨੇ ਕੌਣ ਕਰਾ ਰਿਹਾ ਕੰਮ ਇਹ? ਸਾਨੂੰ ਕੁਝ ਨਹੀਂ ਪਤਾ। ਹਾਂਜੀ। ਉਹਦਾ ਭਗਵੰਤ ਮਾਨ ਆ ਨਾ, ਹਾਂਜੀ ਉਹ ਬਸ ਉਹਨੂੰ ਦੱਬਣ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਸਿੱਧੂ ਮੂਸੇਵਾਲਾ ਮਾਰਿਆ ਗਿਆ ਨਾ, ਹਾਂਜੀ। ਉਹਨੂੰ ਦੱਬਣ ਦੀ ਕੋਸ਼ਿਸ਼ ਕਰ ਰਿਹਾ। ਦੇਖੋ ਐਂਡ ਆਫ ਦਾ ਡੇ ਤਾਂ ਲਾਅ ਵਿਲ ਟੇਕ ਇਟਸ ਓਨ ਕੋਰਸ, ਪਰ ਜਿਹੜੀ ਟਾਈਮਿੰਗ ਆ, ਕਿਉਂਕਿ ਇਹ ਬੇਸਿਕਲੀ ਸੋਸ਼ਲ ਮੀਡੀਆ ਵਾਲੀ ਟੀਮ ਹੈ ਜਿਹੜੀ ਸਰਕਾਰ ਹੈ, ਸੋ ਇਹਨੂੰ ਇਹਦੇ ਨਾਲ ਕਲੱਬ ਕਰਕੇ, ਮੈਂ ਨਹੀਂ ਕਹਿੰਦਾ, ਮੈਂ ਤਾਂ ਪਹਿਲੇ ਦਿਨ ਵੀ ਕਿਹਾ ਸੀ ਵੀ ਜੇ ਕੋਈ ਇਦਾਂ ਦਾ ਬੰਦਾ ਹੈਗਾ ਜਿਹਦੇ ਤੇ ਕਾਰਵਾਈ ਬਣਦੀ ਹੈਗੀ ਕਰ ਲਓ। ਸਰਕਾਰ ਕੋਲ ਸਾਰੇ ਅਧਿਕਾਰ ਹੈਗੇ ਆ ਔਰ ਉਹਦੇ ਵਿੱਚ ਕਿਉਂਕਿ ਟਾਈਮਿੰਗ ਨੂੰ ਲੈ ਕੇ ਥੋੜਾ ਜਿਹਾ ਲੱਗਦਾ ਵੀ ਕਿਉਂਕਿ ਇਲੈਕਸ਼ਨ ਦੇ ਸਮੇਂ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਆ। ਤੁਹਾਨੂੰ ਲੱਗਦਾ ਬਾਈ ਇਲੈਕਸ਼ਨ ਕਰਕੇ ਇਦਾਂ ਹੋਇਆ? ਬਾਈ ਇਲੈਕਸ਼ਨ ਕਰਕੇ ਮੇਨ, ਬਾਕੀ ਤਾਂ ਜੋ ਜੈਨੂਇਨ ਗੱਲ ਹੈਗੀ ਉਹ ਹੋਣੀ ਚਾਹੀਦੀ ਹੈ। ਅਲਟੀਮੇਟਲੀ ਪਹਿਲਾਂ ਬਹੁਤ ਇਦਾਂ ਦੇ ਕੇਸਿਸ ਹੋਏ ਆ
ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਵੀ ਹੋਏ ਆ, ਬਾਦਲਸ ਤੇ ਵੀ ਹੋਏ ਆ, ਹੋਰ ਬੰਦਿਆਂ ਤੇ ਵੀ ਹੋਏ ਆ। ਮੈਂ ਕਹਿੰਦਾ ਕਨਵਿਕਸ਼ਨ ਵੱਲ ਨੂੰ ਤੁਰੋ, ਕਿਉਂਕਿ ਜੇ ਥੋੜਾ ਬਹੁਤਾ ਠੱਲ ਪਾਉਣੀ ਹੈਗੀ ਆ। ਔਰ ਵਿਜੀਲੈਂਸ ਦੇ ਵਿੱਚ ਹੋਰ ਬੜੇ ਕੇਸ ਪਏ ਹੈਗੇ ਆ ਜਿਹੜਿਆਂ ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ। ਤਾਂ ਕਾਂਗਰਸ ਵੱਲੋਂ ਟਾਈਮਿੰਗ ਤੇ ਸਵਾਲ ਚੱਕੇ ਜਾ ਰਹੇ ਨੇ। ਪ੍ਰਗਟ ਸਿੰਘ ਜਿਸ ਤਰੀਕੇ ਨਾਲ ਕਹਿ ਰਹੇ ਸੀ ਕਿ ਇੱਕ ਸੰਗਰੂਰ ਇਲੈਕਸ਼ਨ ਹੈ ਔਰ ਜੋ ਮਾਹੌਲ ਹੈ ਇਸ ਵੇਲੇ ਸਟੇਟ ਦੇ ਵਿੱਚ, ਉਸ ਨੂੰ ਲੈ ਕੇ ਟਾਈਮਿੰਗ ਤੇ ਸਵਾਲ ਕਾਂਗਰਸ ਖੜੇ ਕਰ ਰਹੀ ਹੈ। ਰਾਜਾ ਵੜਿੰਗ ਨੇ ਟਵੀਟ ਕੀਤਾ ਹੈ, ਉਹ ਵੀ ਦੱਸ ਦਿੰਦੇ ਆ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਹਿ ਰਹੇ ਨੇ ਕਿ ਮਾਨ ਸਾਹਿਬ, ਜਿਵੇਂ ਉਮੀਦ ਕੀਤੀ ਜਾ ਸਕਦੀ ਸੀ, ਤੁਸੀਂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰਕੇ ਪੰਜਾਬ 'ਚ ਅਰਾਜਕਤਾ, ਬੇਰੁਜ਼ਗਾਰੀ ਤੇ ਕੇਜਰੀਵਾਲ ਹੋਰਾਂ ਦੀ ਦਖਲਅੰਦਾਜ਼ੀ ਦੇ ਮੁੱਖ ਮੁੱਦਿਆਂ ਨੂੰ ਭਟਕਾਉਣਾ ਚਾਹੁੰਦੇ ਹੋ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ, ਕਿਰਪਾ ਕਰਕੇ ਤੁਰਤ ਫੁਰਤ ਇਨਸਾਫ ਦਾ ਸਿਸਟਮ ਨਾ ਬਣਾਓ, ਇਸ ਦੇ ਨਾਲ ਸਿਆਸੀ ਬਦਲਾਖੋਰੀ ਹੋਰ ਵਧੇਗੀ। ਇਹ ਟਵੀਟ ਰਾਜਾ ਵੜਿੰਗ ਵੱਲੋਂ ਕੀਤਾ ਗਿਆ, ਯਾਨੀ ਰਾਜਾ ਵੜਿੰਗ ਵੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਟਵੀਟ ਦੇ ਜ਼ਰੀਏ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਬਾਕੀ ਮੁੱਦੇ ਨੇ ਉਹਨਾਂ ਤੋਂ ਮਾਨ ਸਰਕਾਰ ਧਿਆਨ ਡਾਈਵਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਕਾਰਵਾਈ ਨੂੰ ਅਮਲ ਦੇ ਵਿੱਚ ਲਿਆ ਕੇ। ਉਧਰ ਰਾਘਵ ਚੱਡਾ ਵੱਲੋਂ ਵੀ ਟਵੀਟ ਕੀਤਾ ਗਿਆ। ਰਾਜ ਸਭਾ ਮੈਂਬਰ ਨੇ ਪੰਜਾਬ ਤੋਂ ਰਾਘਵ ਚੱਡਾ, ਉਹਨਾਂ ਨੇ ਕਿਹਾ ਹੈ ਕਿ ਸਾਬਕਾ ਕਾਂਗਰਸੀ ਮੰਤਰੀਆਂ ਵੱਲੋਂ ਕੀਤੀ ਗਈ ਵਿਆਪਕ ਭ੍ਰਿਸ਼ਟਾਚਾਰੀ ਨੂੰ ਸਬੂਤਾਂ ਦੇ ਬਾਵਜੂਦ ਰੋਕਿਆ ਨਹੀਂ ਗਿਆ। ਸਿਰਫ ਆਮ ਆਦਮੀ ਪਾਰਟੀ ਕੋਲ ਹੀ ਇਨਸਾਫ ਦਿਵਾਉਣ ਲਈ ਸਿਆਸੀ ਇੱਛਾ ਸ਼ਕਤੀ ਹੈ। ਅੱਜ ਹੋਈ ਗ੍ਰਿਫਤਾਰੀ ਇਹ ਦਰਸਾਉਂਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਹੈ, ਭਾਵੇਂ ਉਹ ਉਹਨਾਂ ਦਾ ਆਪਣਾ ਹੋਵੇ ਜਾਂ ਸਾਬਕਾ ਮੰਤਰੀ। ਯਾਨੀ ਪਿਛਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਵੱਲੋਂ ਜੋ ਕਾਰਵਾਈ ਆਪਣੇ ਮਿਨਿਸਟਰ ਦੇ ਖਿਲਾਫ ਕੀਤੀ ਗਈ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਤਹਿਤ, ਉਸ ਕਾਰਵਾਈ ਨੂੰ ਸਾਹਮਣੇ ਰੱਖ ਕੇ ਆਮ ਆਦਮੀ ਪਾਰਟੀ ਇਸ ਚੀਜ਼ ਦਾ ਦਾਅਵਾ ਕਰ ਰਹੀ ਹੈ ਕਿ ਜਿਸ ਨੇ ਵੀ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਤੇ ਉਧਰ ਸਾਧੂ ਸਿੰਘ ਧਰਮਸੋਤ ਵਾਲੇ ਮਾਮਲੇ ਨਾਲ ਹੀ ਜੁੜਿਆ ਇੱਕ ਹੋਰ ਵੱਡਾ ਖੁਲਾਸਾ ਹੈ। ਕੁਰਾਲੀ ਦੀ ਇੱਕ ਇੰਡਸਟਰੀ ਦਾ ਜ਼ਿਕਰ ਹੋਇਆ ਹੈ ਕਿ ਕੁਰਾਲੀ ਦੀ ਇੱਕ ਇੰਡਸਟਰੀ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੁਰਾਲੀ ਦੀ ਇੱਕ ਇੰਡਸਟਰੀ ਹੈ ਜਿਸ ਨੂੰ ਫਾਇਦਾ ਪਹੁੰਚਾਉਣ ਦੇ ਇਲਜ਼ਾਮ ਲੱਗੇ ਨੇ। ਡੀਕੇ ਇੰਡਸਟਰੀਜ਼ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ। ਡੀਕੇ ਇੰਡਸਟਰੀਜ਼ ਨੂੰ ਕਿਹਾ ਜਾ ਰਿਹਾ ਹੈ ਕਿ ਨਜਾਇਜ਼ ਤਰੀਕੇ ਨਾਲ ਲਾਭ ਪਹੁੰਚਾਇਆ ਗਿਆ। ਫੈਕਟਰੀ ਮਾਲਕ ਦਾ ਨਾਮ ਬਿਧੀ ਚੰਦ ਹੈ। ਬਿਧੀ ਚੰਦ ਤੇ ਵੀ ਇਲਜ਼ਾਮ ਲੱਗੇ ਨੇ। ਗੈਰ ਕਾਨੂੰਨੀ ਤਰੀਕੇ ਨਾਲ ਦਰਖਤ ਖਰੀਦਣ ਦੇ